ਕੱਲੇ ਬੈਠਣ ਦਾ ਇਹ ਹੈ ਕਿ ਦੁਨੀਆ ਦੇ ਵਿੱਚ ਬੈਠਾਂਗੇ ਤਾਂ ਦੁਨੀਆ ਕੇ ਡਿਸਟਰਬ ਕਰਦੀ ਹੈ, ਤਾਂ ਮੇਰਾ ਕਨਸੈਪਟ ਇਹ ਸੀ ਕਿ ਵਰਲਡ ਰਿਕਾਰਡ ਬਣਾਉਣਾ। ਤੁਸੀਂ ਕਿਹਾ ਕਿ ਤੁਹਾਨੂੰ ਇਹਦਾ ਇੰਨਾ ਜਨੂਨ ਸੀਗਾ ਕਿ ਤੁਸੀਂ ਆਪਣਾ ਘਰ-ਬਾਰ ਛੱਡਤਾ ਇਹਦੇ ਪਿੱਛੇ। ਆਫ ਕੋਰਸ ਛੱਡਣਾ ਪਿਆ ਕਿਉਂਕਿ ਘਰ ਦੇ ਵਿੱਚ ਰਹਿ ਕੇ ਕੰਪਲਿਕੇਸ਼ਨਸ ਹੁੰਦੀਆਂ ਕਿ 9 ਵਜੇ ਖਾਣਾ ਖਾਣਾ ਹੈ, 8 ਵਜੇ ਖਾਣਾ ਖਾਣਾ ਹੈ। ਔਰ ਅਗਰ ਆਰਟਿਸਟ फील्ड ਦੇ ਵਿੱਚ ਤੁਹਾਨੂੰ ਫਿਰ ਕੋਈ ਕੰਪਲਿਕੇਸ਼ਨ ਨਹੀਂ ਹੋਣੀ ਚਾਹੀਦੀ ਕਿ ਇੰਨੇ ਵਜੇ ਟਾਈਮ ਲਿਮਿਟ ਆ। ਅਗਰ ਕੰਮ ਕਰ ਰਹੇ ਹੋ ਤਾਂ ਅਗਰ ਨੌਨ ਸਟਾਪ ਦਾ ਵਰਲਡ ਰਿਕਾਰਡ ਬਣਾਉਣ ਦੀ ਖੁਆਇਸ਼ ਆ ਤਾਂ ਦੈਨ ਫਿਰ ਕੁਛ ਨਾ ਕੁਛ ਤਾਂ ਛੱਡਣਾ ਪੈਂਦਾ ਹੈ। ਮੈਰਿਜ ਦਾ ਨਹੀਂ, ਮੈਰਿਜ ਵਾਲਾ ਕੇਸ ਸ਼ੁਰੂ ਤੋਂ ਨਹੀਂ ਰਿਹਾ ਕਿਉਂਕਿ ਆਪਣਾ ਕਨਸੈਪਟ ਹੀ ਆਪਣੀ ਸਟੱਡੀਜ਼ ਪੂਰੀ ਕਰਨ ਤੋਂ ਬਾਅਦ ਥੋੜਾ ਕਾਪੀ ਕੈਟ ਚਾਈਨਾ ਨੂੰ ਥੋੜਾ ਸਬਕ ਸਿਖਾਉਣ ਦਾ ਰੱਖ ਲਿਆ ਸੀ ਕਿ ਉਹ ਹਰ ਚੀਜ਼ ਦੀ ਕਾਪੀ ਕਰ ਲੈਂਦੇ ਨੇ, ਤਾਂ ਚਲੋ ਹੈਰੀ ਤੂੰ ਵੀ ਕੁਝ ਐਸਾ ਬਣਾ ਕੇ ਦਿਖਾ ਜਿਸ ਦੀ ਉਹ ਕਾਪੀ ਨਾ ਕਰ ਸਕਣ। सोच बहुत ਵੱਡੀ ਰੱਖੀ ਹੈ, ਬਟ ਉਸ ਤੱਕ ਪਹੁੰਚਣਾ ਕਿਵੇਂ ਹੈ? ਕੋਈ ਜ਼ਰੀਆ ਹੈ? ਉਸ ਤੱਕ ਪਹੁੰਚਣ ਜ਼ਰੀਆ ਹੈ ਕਿ ਆਪਾਂ ਕਰਮ ਤਾਂ ਕਰ ਰਹੇ ਹਾਂ। ਹੁਣ ਅਗਰ ਜ਼ਰੀਏ ਦੇ ਪਹੁੰਚਣ ਤੱਕ ਮੈਂ ਵੇਟ ਕਰਦਾ ਰਹਾਂ ਕਿ ਨਹੀਂ ਜਦੋਂ ਜ਼ਰੀਆ ਆਏਗਾ ਤਾਂ ਕੰਮ ਕਰਾਂਗਾ, ਜਦੋਂ ਮੇਰੇ ਕੋਲ ਪੈਨ ਹੋਏਗਾ। ਜਦੋਂ ਸਟਾਰਟ ਕੀਤਾ ਸੀ ਉਸ ਵੇਲੇ 2 ਰੁਪਏ ਦਾ ਸਕੈਚ ਪੈਨ ਹੁੰਦਾ ਸੀ, ਇਸ ਲਈ ਖਾਣਾ ਵੀ ਛੱਡਣਾ ਪਿਆ ਕਿ ਬ੍ਰੇਕਫਾਸਟ ਕਰਦੇ ਹਾਂ, ਆਫਟਰਨੂਨ ਲੰਚ ਬ੍ਰੇਕ ਲੈਣੀ ਹੈ, ਡਿਨਰ ਕਰਨਾ ਹੈ, ਚਲੋ ਤਿੰਨੋਂ ਛੱਡ ਦਿਓ। ਤਿੰਨੋਂ ਛੱਡਤੇ 200 ਆ ਗਿਆ, ਉਹਦੇ ਜੈਲ ਪੈਨਸ ਇਕੱਠੇ ਆ ਗਏ। ਅਗਲੇ ਦਿਨ ਖਾਣਾ ਖਾ ਲਿਆ। क्यों कॉपी कैट ने ठीक है चेक करना चाहना और अपने सज्जे हत्थ दी बाजी भी लगाना चाहना कि इज देयर एनीवन कि कोई भी चैलेंज चाइना दे विच अपनी ड्राइंग दी कॉपी कर दिंदा है, तेरी अपना सज्जा हत्थ कट के सुट देगा। ओपन चैलेंज। और ये नॉन स्टॉप काम होगा। पानी इस तरह एक बोतल पानी होएगी, 3 का नहीं हो गया चाह दे कप ਉਹਦੇ ਚ ਕੰਪਲੀਟ ਕਰਕੇ ਦਿਖਾਣ। ਇੱਕ ਵਾਰ ਕੁਰਸੀ ਤੇ ਬੈਠ ਕੇ ਉੱਠਣਾ ਨਹੀਂ, गर्मी में ही बैठ के काम करना है। कोई एसी नहीं मिलेगा, पक्का नहीं मिलेगा। No one should say कि कोई ये ना कह सके हाँ अपने बाप का पैसा उड़ा रहा है। नहीं, कह तो सकन कि हाँ उन्हें मेहनत की है, पेट थले बैठा हुंदा सी, जिन्हों आपां पागल आखदे सी, जिन्हों साइको कहंदे सी कि 20 साल तो यही कर रहे हैं, लाइनां ही मार रहे हैं, लाइनां ही मार रहे हैं, कुछ नहीं कर सकते। तो हुण आ देखो अज ऑन द टॉप भी हैगा है कि क्या जरूरी है कि 3 टाइम का खाना खाना है। एक टाइम का खाना खा के अगर तुम एक बिस्किट का पैकेट खा के 5 रुपीज़ का भी अगर जिंदा रह रहे हो, सर्वाइव कर रहे हो, तो दैन इट्स ओके। पर थोड़ा मेन मकसद होना चाहिए कि जो तुम कंसैप्ट चुनिया है, जो थोड़ा एम आ, वो थोड़े सामने रहना हमेशा चाहिए है कि हाँ ये थोड़ा एम आ और वो कर रहे हो कुछ। कि जो कोई पुछन नहीं आ रहा, कोई नहीं, ताई कहते हैं चढ़ते सुर सारे सलामा करते हैं। इस करके कुछ बन जाओ तो सारे अपने आप आ जाएंगे। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਜਸਨੂਰ ਤਵਨ। ਮੋਹਾਲੀ 'ਚ ਪਹੁੰਚੀ ਅੱਜ ਡੇਲੀ ਪੋਸਟ ਦੀ ਟੀਮ ਤੇ ਬਹੁਤ ਹੀ ਦਿਲਚਸਪ ਗੱਲਾਂ ਅੱਜ ਤੁਹਾਡੇ ਸਾਹਮਣੇ ਰੂਬਰੂ ਹੋਣ ਵਾਲੀਆਂ ਨੇ ਕਿਉਂਕਿ ਇੱਕ ਆਰਟਿਸਟ ਨੇ ਸਾਡੇ ਨਾਲ ਇੱਥੇ ਮੌਜੂਦ ਨੇ। ਖਾਸ ਕਰਕੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਹੋਣਗੇ, ਕਾਫੀਆਂ ਨੇ ਜੋ ਇਹਨਾਂ ਦਾ ਸਟਾਈਲ ਹੈ, ਆਰਟ ਸਟਾਈਲ, ਸ਼ਾਇਦ ਦੇਖਿਆ ਵੀ ਨਹੀਂ ਹੋਏਗਾ, ਦੇਖਿਆ ਹੋਏਗਾ ਤਾਂ ਸ਼ਾਇਦ ਨਾਮ ਨਹੀਂ ਪਤਾ ਹੋਏਗਾ। ਜ਼ਰੂਰ ਤੁਹਾਨੂੰ ਰੂਬਰੂ ਇੱਕ ਵਾਰ ਕਰਾ ਦਿੰਦੇ ਹਾਂ। बहुत साल तो इन्हों का कहना है तकरीबन 20 साल हो गए इस तरह बैठे हुए ने, चैलेंज कर रहे हैं बहुत वड्डा, बहुत डिफरेंट पॉइंट ऑफ व्यू है इन्हों का। चाहे असी परिवार की गल करिए, चाहे रब की गल करिए, चाहे हार्डवर्क की गल करिए, चाहे डेस्टिनी की गल करिए, हर एक चीज़ नूं लैके एक बहुत वखरा पॉइंट ऑफ व्यू है। तो मैनूं लगता है कि तुहाडे सारिआं नूं इंटरव्यू बहुत पसंद आउण वाला। पहले स्वागत कर लेंदे आ, बहुत बहुत स्वागत है डेली पोस्ट ते। तुहाडा शुभ नाम की है? हैरी आर्टिस्ट। 20 साल हो गए तुहानूं इत्थे? 20 साल आप कह सकते हो, जब तो आर्ट स्टार्ट की है ड्राइंग 20 साल का सफ़र पूरा कर लिया है। 2000 तो स्टार्ट की सी ना हुण 2020 हो गया, कह सकते हैं। कल्ले बैठे हो, कल्ले बैठने का की कारण है? बाहर नाले सड़क पे बैठ के ड्राइंग कर रहे हो। अक्सर लोग अपने
ਘਰਾਂ 'ਚ ਕਰਦੇ ਹੁੰਦੇ ਹੈ, ਕੋਈ ਸ਼ਾਂਤਮਈ ਮਾਹੌਲ ਵਿੱਚ ਜਾਂ ਫਿਰ ਕੋਈ ਸਟੂਡੀਓ ਹੁੰਦਾ ਹੈ ਡਰਾਇੰਗ ਦਾ, ਪੇਂਟਿੰਗ ਦਾ, ਬਾਹਰ ਕਿਉਂ ਬੈਠੇ ਹੋ? ਇਕੱਲੇ ਬੈਠਣ ਦਾ ਇਹ ਹੈ ਕਿ ਦੁਨੀਆ ਦੇ ਵਿੱਚ ਬੈਠਾਂਗੇ ਤਾਂ ਦੁਨੀਆ ਕੇ ਡਿਸਟਰਬ ਕਰਦੀ ਹੈ, ਤਾਂ ਮੇਰਾ ਕਨਸੈਪਟ ਇਹ ਸੀ ਕਿ ਵਰਲਡ ਰਿਕਾਰਡ ਬਣਾਉਣਾ ਨਾਨ ਸਟਾਪ ਡਰਾਇੰਗ ਦਾ, 3 ਦਿਨ 4 ਦਿਨ 5 ਦਿਨ ਨਾਨ ਸਟਾਪ, ਤਾਂ ਕਿ ਡਰਾਇੰਗ ਹੀ ਡਰਾਇੰਗ ਕਰਦੇ ਰਹਿਣਾ। ਉਸ ਦੇ ਵਿੱਚ ਕੋਈ ਬੰਦਾ ਆ ਕੇ ਡਿਸਟਰੈਕਟ ਕਰਦਾ, ਤੁਹਾਨੂੰ ਇਹ ਡਿਸਟਰਬ ਕਰਦਾ, ਉਹਦੇ ਨਾਲ ਫਿਰ ਮਾਈਂਡ ਕਨਸੈਂਟਰੇਸ਼ਨ ਖਰਾਬ ਹੁੰਦੀ ਹੈ। ਦੂਸਰਾ, ਆਫਿਸ ਅਫੋਰਡ ਕਰ ਨਹੀਂ ਸਕਦਾ ਸੀ ਤਾਂ ਨਾ ਬਾਹਰ ਸੋਚਿਆ ਪੇਟ ਦੇ ਥੱਲੇ ਬੈਠ ਕੇ ਕੰਮ ਕਰ ਸਕਦੇ ਆ। ਤੇ ਬਾਕੀ ਘਰ-ਬਾਰ ਵੈਸੇ ਵੈਰੀ ਬਹੁਤ ਦੇਰ ਪਹਿਲਾਂ ਛੱਡ ਚੁੱਕਾ ਆਪਣਾ। ਘਰਦਿਆਂ ਨੇ ਕਹਿਣਾ ਡਰਾਇੰਗ ਛੱਡੋ, ਗ੍ਰਸਤੀ 'ਚ ਪਾਓ ਔਰ ਮੇਕ ਸਮਥਿੰਗ, ਆਪਣੇ ਅਰਨ ਕਰੋ। ਪਰ ਆਪਣਾ ਰੁਝਾਨ ਤਾਂ ਡਰਾਇੰਗ ਵੱਲ ਸੀ ਕਿ ਹਾਂ ਕੁਝ ਕਨਸੈਪਟਸ ਐਸਾ ਦਿਮਾਗ 'ਚ ਚੁਣ ਲਿਆ ਸੀ ਕਿ ਹਾਂ ਇਹੀ ਕਰਕੇ ਦਿਖਾਣਾ ਹੈ। ਤਾਂ ਇਸ ਕਰਕੇ ਜੋ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਆ, ਦੈਟਸ ਵਾਈ ਹੈਰੀ ਇਜ਼ ਹੇਅਰ। ਇਹ ਹੈ ਕਾਰਨ ਹੈਰੀ ਦੇ ਇੱਥੇ ਹੋਣ ਦਾ ਬਾਹਰ। ਜਿਸ ਤਰ੍ਹਾਂ ਜ਼ਿਕਰ ਕੀਤਾ, ਕਾਫੀ ਲੋਕਾਂ ਨੇ ਸ਼ਾਇਦ ਇਹ ਡਰਾਇੰਗ ਦੇਖੀ ਵੀ ਹੋਏ ਕਲਾ, ਬਟ ਨਾਮ ਨਹੀਂ ਪਤਾ ਹੁੰਦਾ। ਇਹਨੂੰ ਕਹਿੰਦੇ ਕੀ ਆ ਆਪਾਂ? ਵੈਸੇ ਇਹਨੂੰ ਸਾਈਕੋਡੈਲਿਕ ਆਰਟ ਵੀ ਕਹਿੰਦੇ ਆ। ਬਾਕੀ ਔਰ ਵੀ ਦੀ ਡਾਇਮੈਂਸ਼ਨਸ ਹੈਗੀਆਂ, ਮਧੂਬਨੀ ਆਰਟ ਚ ਆਉਂਦੀ ਹੈ। ਬਟ ਹੈਰੀ ਦਾ ਕਨਸੈਪਟ ਇਹ ਸੀ ਕਿ ਕੁਝ ਅਲੱਗ ਹੋਣਾ ਚਾਹੀਦਾ, ਕਿ ਸਭ ਦਾ ਨਿਚੋੜ ਇੱਕ ਦੇ ਵਿੱਚ ਕੁਝ ਡਿਫਰੈਂਟ ਕਰਕੇ ਦਿਖਾਉਣ ਦਾ, ਕਿ ਨਾ ਮਧੂਬਨੀ ਕਹਿ ਸਕੇ, ਨਾ ਸਾਈਕੋਡੈਲਿਕ ਕਹਿ ਸਕੇ, ਨਾ ਕਵਰ ਪੇਂਟਿੰਗ ਕਹਿ ਸਕੇ, ਕਿ ਬਰੀਕੀ ਤੋਂ ਬਰੀਕੀ ਵਾਲਾ ਕੰਮ ਕਿੰਨਾ ਜ਼ਿਆਦਾ ਕਰ ਸਕਦਾ ਹੈ ਹਿਊਮਨ ਮਾਈਂਡ, ਉਸ ਦੀ ਡਿਪਿਕਸ਼ਨ ਕਰਨਾ, ਉਸ ਨੂੰ ਬਿਆਨ ਕਰਨਾ ਪੇਪਰ ਦੇ ਉੱਪਰ। ਤੁਸੀਂ ਕਿਹਾ ਕਿ ਤੁਹਾਨੂੰ ਇਹਦਾ ਇੰਨਾ ਜਨੂਨ ਸੀਗਾ ਕਿ ਤੁਸੀਂ ਆਪਣਾ ਘਰ-ਬਾਰ ਛੱਡਤਾ ਇਹਦੇ ਪਿੱਛੇ। ਆਫ ਕੋਰਸ ਛੱਡਣਾ ਪਿਆ, ਕਿਉਂਕਿ ਘਰ ਦੇ ਵਿੱਚ ਰਹਿ ਕੇ ਕੰਪਲਿਕੇਸ਼ਨਸ ਹੁੰਦੀਆਂ ਹੈ ਕਿ 9 ਵਜੇ ਖਾਣਾ ਖਾਣਾ ਹੈ, 8 ਵਜੇ ਖਾਣਾ ਖਾਣਾ ਹੈ। ਔਰ ਅਗਰ ਆਰਟਿਸਟ ਫੀਲਡ ਦੇ ਵਿੱਚ ਤੁਹਾਨੂੰ ਫਿਰ ਕੋਈ ਕੰਪਲਿਕੇਸ਼ਨ ਨਹੀਂ ਹੋਣੀ ਚਾਹੀਦੀ ਕਿ ਇੰਨੇ ਵਜੇ ਟਾਈਮ ਲਿਮਿਟ ਆ। ਅਗਰ ਕੰਮ ਕਰ ਰਹੇ ਹੋ ਤਾਂ ਅਗਰ ਨਾਨ ਸਟਾਪ ਦਾ ਵਰਲਡ ਰਿਕਾਰਡ ਬਣਾਉਣ ਦੀ ਖੁਆਇਸ਼ ਆ ਤਾਂ ਦੈਨ ਫਿਰ ਕੁਛ ਨਾ ਕੁਛ ਤਾਂ ਛੱਡਣਾ ਪੈਂਦਾ ਹੈ। ਵਿਆਹੇ ਹੋਏ ਸੀ ਤੁਸੀਂ? ਫੈਮਿਲੀ ਸੀ ਨਾਲ, ਵਾਈਫ, ਬੱਚੇ? ਨਹੀਂ, ਮੈਰਿਡ ਦਾ ਨਹੀਂ, ਮੈਰਿਜ ਵਾਲਾ ਕੇਸ ਸ਼ੁਰੂ ਤੋਂ ਨਹੀਂ ਰਿਹਾ, ਕਿਉਂਕਿ ਆਪਣਾ ਕਨਸੈਪਟ ਹੀ ਆਪਣੀ ਸਟੱਡੀਜ਼ ਪੂਰੀ ਕਰਨ ਤੋਂ ਬਾਅਦ ਥੋੜਾ ਕਾਪੀ ਕੱਟ ਚਾਈਨਾ ਨੂੰ ਥੋੜਾ ਸਬਕ ਸਿਖਾਉਣ ਦਾ ਰੱਖ ਲਿਆ ਸੀ ਕਿ ਉਹ ਹਰ ਚੀਜ਼ ਦੀ ਕਾਪੀ ਕਰ ਲੈਂਦੇ ਨੇ, ਤਾਂ ਚਲੋ ਹੈਰੀ ਤੂੰ ਵੀ ਕੁਛ ਐਸਾ ਬਣਾ ਕੇ ਦਿਖਾ ਜਿਸ ਦੀ ਉਹ ਕਾਪੀ ਨਾ ਕਰ ਸਕਣ। ਤਾਂ ਉਹੀ ਜਜ਼ਬਾ ਆਪਣੇ ਮਾਈਂਡ ਦੇ ਵਿੱਚ ਹਮੇਸ਼ਾ ਰਹਿੰਦਾ ਸੀ, ਤਾਂ ਔਰ ਕੋਈ ਦੁਨਿਆਵੀ ਚੀਜ਼ਾਂ ਬਾਰੇ ਕਦੀ ਨਹੀਂ ਸੋਚਿਆ। ਚਾਈਨਾ ਤੋਂ ਇੰਨਾ ਉਹ ਕਿਉਂ ਹੈ ਕਿ ਉਹਨਾਂ ਨੂੰ ਕਿਉਂ ਚੈਲੰਜ ਕਰਨਾ ਚਾਹੁੰਦੇ ਹੋ? ਕਿਉਂਕਿ ਉਹਨਾਂ ਦੇ ਬਾਰੇ ਖਾਸ ਗੱਲ ਹੈ ਕਿ ਉਹ ਹਰ ਚੀਜ਼ ਦੀ ਕਾਪੀ ਕਰ ਲੈਂਦੇ ਨੇ। ਉਹਨਾਂ ਨੇ ਅੰਡੇ ਬਣਾਤੇ, ਨੂਡਲਸ ਬਣਾਤੇ, ਸੂਰਜ ਬਣਾਉਣ ਦੀ ਤਿਆਰੀ 'ਚ ਹੈ, ਹਰ ਚੀਜ਼ ਦੀ ਕਾਪੀ ਕਰ ਲੈਂਦੇ ਆ। ਤਾਂ ਬੰਦੇ ਨੂੰ ਕਿਉਂ ਨਾ ਕੰਟਰੀ ਚਾਈਨਾ ਨੂੰ ਕੀਤਾ ਜਾਏ ਕਿ ਜੋ ਆਪਣੇ ਆਪ ਨੂੰ ਨੰਬਰ 1 ਸਮਝਦਾ ਹੈ, ਨੰਬਰ 1 ਨੂੰ ਹੀ ਬੀਟ ਕਰਕੇ ਨੰਬਰ 1 ਬਣੋ ਤਾਂ ਜ਼ਿਆਦਾ ਬੈਟਰ ਹੈ ਕਿ ਰਾਦਰ ਦੈਨ ਕਿ ਨੰਬਰ 10 ਤੋਂ ਨੰਬਰ 1 ਆਣਾ, ਕਿਉਂ ਨਾ ਨੰਬਰ 1 ਤੋਂ ਨੰਬਰ 1 ਬਣੋ। ਇਸ ਕਰਕੇ ਜੀ ਪਹਿਲੀ ਨੰਬਰ 1 ਨੂੰ ਬੀਟ ਕਰੋਗੇ, ਰੇਸ ਲਾਈਨ ਵਿੱਚ ਲੱਗਣਾ ਹੀ ਨਹੀਂ। ਯਾ ਆਫ ਕੋਰਸ, ਇਸ ਕਰਕੇ ਕੁਝ ਆਪਣਾ ਡਿਫਰੈਂਟ ਹੀ ਹੋਣਾ ਚਾਹੀਦਾ, ਕੋਈ ਚੀਜ਼ ਐਸੀ ਹੋ ਡਿਫਰੈਂਟ ਹੋਏ ਆਪਣੇ ਕੋਲ। ਔਰ ਉਸ ਤੋਂ ਬਾਅਦ ਕੋਈ ਨਹੀਂ, ਆਪਣੀ ਮਿਹਨਤ ਹੈ, ਆਪਣੀ ਮਿਹਨਤ ਔਰ ਡਿਫਰੈਂਟ ਤੁਹਾਡੇ ਕੋਲ ਹੈ ਤਾਂ ਨਥਿੰਗ ਕੈਨ ਸਟਾਪ ਯੂ, ਕੁਝ ਨਹੀਂ ਰੋਕ ਸਕਦਾ ਤੁਹਾਨੂੰ ਨੰਬਰ 1 ਹੋਣ ਤੋਂ। ਸੋਚ ਬਹੁਤ ਵੱਡੀ ਰੱਖੀ ਹੈ, ਬਟ ਉਸ ਤੱਕ ਪਹੁੰਚਣਾ ਕਿਵੇਂ ਹੈ? ਕੋਈ ਜ਼ਰੀਆ ਹੈ? ਉਸ ਤੱਕ ਪਹੁੰਚਣ ਜ਼ਰੀਆ ਹੈ ਕਿ ਆਪਾਂ ਕਰਮ ਤਾਂ ਕਰ ਰਹੇ ਹਾਂ। ਹੁਣ ਅਗਰ ਜ਼ਰੀਏ ਦੇ ਪਹੁੰਚਣ ਤੱਕ ਮੈਂ ਵੇਟ ਕਰਦਾ ਰਹਾਂ ਕਿ ਨਹੀਂ ਜਦੋਂ ਜ਼ਰੀਆ ਆਏਗਾ ਤਾਂ ਕੰਮ ਕਰਾਂਗਾ, ਜਦੋਂ ਮੇਰੇ ਕੋਲ ਪੈਨ ਹੋਏਗਾ। ਜਦੋਂ ਸਟਾਰਟ ਕੀਤਾ ਸੀ ਉਸ ਵੇਲੇ 2 ਰੁਪਏ ਦਾ ਸਕੈਚ ਪੈਨ ਹੁੰਦਾ ਸੀ ਨਾ, ਕੰਮ ਦੇਖੋ ਹੁਣ ਇਹ ਵੀ ਹੋ ਗਿਆ। ਇਸ ਲਈ ਖਾਣਾ ਵੀ ਛੱਡਣਾ ਪਿਆ ਕਿ ਬ੍ਰੇਕਫਾਸਟ ਕਰਦੇ ਹਾਂ, ਆਫਟਰਨੂਨ ਲੰਚ ਬ੍ਰੇਕ ਲੈਣੀ ਹੈ, ਡਿਨਰ ਕਰਨਾ ਹੈ, ਚਲੋ ਤਿੰਨੋਂ ਛੱਡ ਦਿਓ। ਤਿੰਨੋਂ ਛੱਡਤੇ 200 ਆ ਗਿਆ, ਉਹਦੇ ਜੈਲ ਪੈਨਸ ਇਕੱਠੇ ਆ ਗਏ, ਅਗਲੇ ਦਿਨ ਖਾਣਾ ਖਾ ਲਿਆ, ਕੋਈ ਗੱਲ ਨਹੀਂ। ਬਟ ਤੁਹਾਡਾ ਕਨਸੈਪਟ ਤੁਹਾਡੇ ਮਾਈਂਡ 'ਚ ਹੋਣਾ ਚਾਹੀਦਾ, ਫੀਡ ਹੋਣਾ ਚਾਹੀਦਾ ਕਿ ਹਾਂ ਤੁਹਾਨੂੰ ਇਹ ਕਰਨਾ ਹੈ ਤਾਂ ਕਰਨਾ ਹੈ। ਲਾਈਕ ਆਪਣੀ ਡਰਾਇੰਗਸ ਵਿੱਚ ਹੁੰਦਾ ਸੀ ਕਿ ਸ਼ਾਰਟਕਟਸ ਆ, ਛੋਟੇ ਛੋਟੇ ਰਸਤੇ ਬੰਦੇ ਚੂਜ਼ ਕਰਦੇ ਆ ਕਿ ਇੱਕ ਮੰਜ਼ਿਲ ਤੇ ਪਹੁੰਚ ਕੇ ਖੁਸ਼ ਹੋ ਜਾਂਦੇ ਆ, ਇੱਥੇ ਪਹੁੰਚ ਗਏ ਅਸੀਂ ਖੁਸ਼ ਹਾਂ, ਸੈਟਿਸਫਾਈ ਹਾਂ, ਇੱਥੇ ਪਹੁੰਚ ਕੇ ਸੈਟਿਸਫਾਈ ਹਾਂ। ਪਰ ਕੁਝ ਬੜਾ ਪਾਣਾ ਹੈ ਤਾਂ ਫਿਰ ਲੰਬਾ ਰਸਤਾ ਜਾਣਾ ਪਏਗਾ। ਔਰ ਅਗਰ ਲੰਬਾ ਰਸਤਾ ਜਾਣਾ ਹੋ ਸਕਦਾ, ਫਿਰ ਲੰਬੇ ਰਸਤੇ ਵਿੱਚ ਕੋਈ ਤੁਹਾਨੂੰ ਪਾਣੀ ਵਾਲਾ ਟੈਂਕਰ ਕੁਝ ਨਾ ਮਿਲੇ, ਇਕੱਲੇ ਹੋਵੋ, ਤਾਂ ਦੈਨ ਯੂ ਹੈਵ ਟੂ ਕੰਪਰੋਮਾਈਜ਼। ਤੁਸੀਂ ਵੀ ਉਹੀ ਆਪਣਾ ਰਾਹ ਚੁਣਿਆ ਹੋਇਆ? ਯਾ ਆਫ ਕੋਰਸ, ਬੈਟਰ ਲੇਟ ਦੈਨ ਨੈਵਰ। ਲੇਟ ਹੋ ਜਾ ਕੋਈ ਗੱਲ ਨਹੀਂ, ਪਰ ਨਾ ਹੋਣ ਨਾਲ ਤਾਂ ਅੱਛਾ ਨਾ ਕਿ ਚਲੇ ਤਾਂ ਆਏ ਰਸਤੇ ਉੱਪਰ। ਤੁਸੀਂ ਜ਼ਿਕਰ ਕੀਤਾ ਕਿ ਤੁਹਾਡਾ ਰੱਬ ਵਿੱਚ ਵੀ ਵਿਸ਼ਵਾਸ ਨਹੀਂ ਹੈ, ਇਦਾਂ ਕਿਉਂ? ਰੱਬ 'ਚ ਵਿਸ਼ਵਾਸ ਕਿ ਇਹ ਨਹੀਂ ਕਿ ਰੱਬ ਨੂੰ ਇੱਕ ਜ਼ਰੀਆ ਬਣਾ ਕੇ ਕਿ ਆਪਣੀ ਜਿਹੜੇ ਫੇਲੀਅਰਸ ਹੈਗੇ ਆ ਉਹਨਾਂ ਨੂੰ ਰੱਬ ਉੱਪਰ ਟੇਪ ਦੇਣਾ ਕਿ ਨਹੀਂ ਮੈਂ ਅਗਰ ਫੇਲ ਹੋਇਆ ਤਾਂ ਰੱਬ ਕਰਕੇ ਹੋਇਆ। ਇਸ ਕਰਕੇ ਕਿ ਹਾਂ ਰੱਬ ਉੱਪਰ ਬਿਲੀਵ ਹੈ ਇੱਕ ਤਰ੍ਹਾਂ ਕਿ ਹਾਂ ਕਿ ਆਪਣੇ ਰਸਤੇ ਚਲੇ ਰਹੋ, ਲੈਟਸ ਸੀ ਕਿ ਅਗਰ ਓਪਰਚੁਨਿਟੀ ਆਪਣੇ ਕੋਲ ਆਂਦੀ ਹੈ ਦੈਨ ਇਟ ਮੀਨਸ ਕਿ ਹਾਂ ਤੁਹਾਡੇ ਨਾਲ ਕੋਈ ਹੈ। ਜਦੋਂ ਪ੍ਰੈਕਟੀਕਲ ਆਪਣੇ ਨੂੰ ਲੱਗੇਗਾ ਕਿ ਹਾਂ ਤੁਹਾਡੇ ਨਾਲ ਕੋਈ ਹੈ, ਦੈਨ ਓਕੇ ਵੀ ਵਿਲ ਬਲੀਵ ਦੈਟ ਆਲਸੋ ਜੀ। ਬਟ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲੇ ਤੁਸੀਂ ਰੋਟੀ ਛੱਡੀ, ਉਸ ਤੋਂ ਬਾਅਦ ਫਿਰ ਤੁਸੀਂ ਅਗਲੇ ਦਿਨ ਜਾ ਕੇ ਸਕੈਚ ਪੈਨਸ ਲੈ ਲਏ, ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਫਾਈਨੈਂਸ਼ੀਅਲ ਸਿਕਿਉਰਿਟੀ ਹੈ, ਆਪਣੇ ਆਪ ਨੂੰ ਸਸਟੇਨ ਕਰਨ ਦਾ ਤਰੀਕਾ ਹੈ ਜੋ ਤੁਸੀਂ ਫੀਲਡ ਚੁਣਿਆ?
ਦੇਖੋ ਜਿਸ ਚੀਜ਼ ਦੇ ਵਿੱਚ ਖੁਸ਼ੀ ਮਿਲਦੀ ਹੈ ਨਾ ਉੱਥੇ ਫਿਰ ਇਹ ਨਹੀਂ ਦੇਖਿਆ ਜਾਂਦਾ ਕਿ ਸਾਨੂੰ ਉਸ ਚੀਜ਼ 'ਚ ਸਿਕਿਉਰਿਟੀ ਹੈ ਕਿ ਨਹੀਂ ਆ। ਮਕਸਦ ਆਪਣਾ ਜੋ ਹੈ ਉਹ ਹੈ ਚਾਈਨਾ ਨੂੰ ਚੈਲੰਜ ਕਰਨਾ, ਬਸ ਉਸ ਮਕਾਮ ਤੱਕ ਪਹੁੰਚਣਾ, ਆਪਣੇ ਆਪ ਨੂੰ ਜ਼ਿੰਦਾ ਰੱਖਣਾ ਉਦੋਂ ਤੱਕ ਕਿ ਕਿਆ ਜ਼ਰੂਰੀ ਹੈ ਕਿ 3 ਟਾਈਮ ਦਾ ਖਾਣਾ ਖਾਣਾ ਹੈ। ਇੱਕ ਟਾਈਮ ਦਾ ਖਾਣਾ ਖਾ ਕੇ ਅਗਰ ਤੁਸੀਂ ਇੱਕ ਬਿਸਕਟ ਦਾ ਪੈਕਟ ਖਾ ਕੇ 5 ਰੁਪਏ ਦਾ ਵੀ ਅਗਰ ਜ਼ਿੰਦਾ ਰਹਿ ਰਹੇ ਹੋ, ਸਰਵਾਈਵ ਕਰ ਰਹੇ ਹੋ, ਤਾਂ ਦੈਨ ਇਟਸ ਓਕੇ। ਪਰ ਤੁਹਾਡਾ ਮੇਨ ਮਕਸਦ ਹੋਣਾ ਚਾਹੀਦਾ ਕਿ ਜੋ ਤੁਸੀਂ ਕਨਸੈਪਟ ਚੁਣਿਆ ਹੈ, ਜੋ ਤੁਹਾਡਾ ਏਮ ਆ, ਉਹ ਤੁਹਾਡੇ ਸਾਹਮਣੇ ਰਹਿਣਾ ਹਮੇਸ਼ਾ ਚਾਹੀਦਾ ਹੈ ਕਿ ਹਾਂ ਇਹ ਤੁਹਾਡਾ ਏਮ ਆ ਔਰ ਉਹਦੇ ਲਈ ਤੁਸੀਂ ਕਰ ਰਹੇ ਹੋ ਕੁਝ। ਆਮਦਨੀ ਦਾ ਸੋਰਸ ਕੀ ਹੈ? ਆਮਦਨੀ ਸੋਰਸ ਆਪਣੇ ਕੋਲ ਬੰਦੇ ਆ ਜਾਂਦੇ ਨੇ, ਪੁੱਛ ਲੈਂਦੇ ਨੇ ਕਿ ਹੈਰੀ ਕਿਆ ਨਵਾਂ ਬਣਾਇਆ, ਜਿਹਦਾ ਕੁਝ ਦੇਖਣ ਆ ਜਾਂਦੇ ਹੈ। ਤੇ ਕਈ ਵਾਰ ਕਹਿੰਦੇ ਕਿ ਵੁੱਡ ਯੂ ਲਾਈਕ ਟੂ ਸੇਲ ਕਰਨਾ ਚਾਹੁੰਦੇ ਹੋ, ਤਾਂ ਜੈਲ ਪੈਨਸ ਨਹੀਂ ਹੁੰਦੇ ਆਪਣੇ ਕੋਲ, ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਤਾਂ ਉਹਨਾਂ ਬੋਲਦੇ ਨੇ ਆ ਕੇ ਠੀਕ ਹੈ ਬਾਏ ਕਰ ਲੈਂਦੇ ਹੋ। ਬਾਕੀ ਆਰਟਿਸਟ ਬੰਦੇ ਆ, ਕੋਈ ਜ਼ਿਆਦਾ ਜ਼ਰੂਰਤ ਹੈ ਨਹੀਂ ਹੈ, ਕੋਈ ਸ਼ੌਕ ਇੰਨੇ ਜ਼ਿਆਦਾ ਪਾਲੇ ਨਹੀਂ ਹੈ ਕਿ ਦੇਖਾਂਗੇ ਟਾਈਮ ਆਉਣ 'ਤੇ, ਪਰ ਜਦ ਤੱਕ ਨਹੀਂ ਆਉਂਦਾ ਉਦੋਂ ਤੱਕ ਜੋ ਆਪਣੀ ਰਿਕੁਆਇਰਮੈਂਟਸ ਆ ਔਰ ਪੂਰੀਆਂ ਹੋ ਰਹੀਆਂ, ਕਿਸ ਤਰ੍ਹਾਂ ਚੱਲ ਰਿਹਾ ਕੰਮ। ਉਮਰ ਕੀ ਹੈ ਤੁਹਾਡੀ? ਉਮਰ ਅਜੇ 45 ਸਾਲ ਹੋ ਗਿਆ, 45। ਪਰ ਬਹੁਤ ਮਤਲਬ ਮੈਂ ਹੈਰਾਨ ਹੋ ਗਈ ਹਾਂ ਤੁਹਾਡੀਆਂ ਗੱਲਾਂ ਸੁਣ ਕੇ। ਜਦੋਂ ਮੈਂ ਪਹਿਲੇ ਤੁਹਾਨੂੰ ਮਿਲਣਾ ਹੀ ਤੁਸੀਂ ਕਿਹਾ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ, ਮੈਂ ਸਿਰਫ ਮੌਤ ਦਾ ਇੰਤਜ਼ਾਰ ਕਰ ਰਿਹਾ। ਫਿਰ ਉਹੀ ਸਵਾਲ ਮੈਂ ਤੁਹਾਨੂੰ ਪੁੱਛਿਆ ਕਿ ਜਦ ਐਡਾ ਵੱਡਾ ਚੈਲੰਜ ਕਰਨਾ ਹੈ ਤੁਸੀਂ, ਤਾਂ ਫਿਰ ਮੌਤ ਦਾ ਇੰਤਜ਼ਾਰ ਕਿਉਂ? ਮੌਤ ਦੇ ਹੈ ਕਿ ਉਹਦੇ ਲਈ ਆਪਣਾ ਫਿਰ ਇੱਕ ਕੰਪੀਟੀਸ਼ਨ ਆ ਕਿ ਹਾਂ ਠੀਕ ਹੈ ਕਿ ਜਾਂ ਤਾਂ ਮੌਤ ਆਉਂਦੀ ਆ ਜਾਂ ਫਿਰ ਇੱਕ ਪਾਸੇ ਯਾਰੀ ਚੈਲੰਜ ਆ। ਹੁਣ ਦੋਨੋਂ ਵਿੱਚੋਂ ਕਿਆ ਚੂਜ਼ ਕਰਨਾ ਹੈ? ਜਾਂ ਤਾਂ ਤੂੰ ਚੈਲੰਜ ਵੱਲ ਚੱਲ ਜਾਂ ਮੌਤ ਵੱਲ ਚੱਲ, ਔਰ ਮੌਤ ਆਣੀ ਬਹੁਤ ਆਸਾਨ ਹੁੰਦੀ ਹੈ। ਇਸ ਕਰਕੇ ਚੈਲੰਜ ਵੱਲ ਚੱਲਣਾ ਆਪਣੇ ਲਈ ਇੰਸਪੀਰੇਸ਼ਨ ਬਣਦੀ ਹੈ ਕਿ ਹਾਂ ਮੌਤ ਵੱਲ ਨਹੀਂ ਜਾਣਾ, ਚੈਲੰਜ ਵੱਲ ਜਾ, ਕਿਉਂਕਿ ਮੌਤ ਲੈਣੀ ਬਹੁਤ ਆਸਾਨ ਆ, ਮਰਨਾ ਬਹੁਤ ਆਸਾਨ ਹੈ, ਪਰ ਸਰਵਾਈਵ ਕਰਨਾ ਔਰ ਜੀ ਕੇ ਦਿਖਾਣਾ ਉਹ ਜ਼ਿਆਦਾ ਮੁਸ਼ਕਿਲ ਹੈ। ਇਸ ਕਰਕੇ ਆਪਣੀ ਇੰਸਪੀਰੇਸ਼ਨ ਇਹੀ ਚੀਜ਼ ਬਣਦੀ ਹੈ। 20 ਸਾਲ ਹੋ ਗਏ। ਇੱਕ ਵਾਰ ਕੈਮਰਾਮੈਨ ਨੂੰ ਵੀ ਗੁਜ਼ਾਰਿਸ਼ ਹੈ ਕਿ ਇੱਕ ਵਾਰ ਪਰਫੈਕਸ਼ਨ ਇਹਨਾਂ ਦੀ ਤਸਵੀਰਾਂ 'ਚ ਤੁਹਾਨੂੰ ਦਿਖਾਉਂਦੇ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ, ਤੁਸੀਂ ਕਿਹਾ ਕਿ ਚਾਈਨਾ ਵਾਲੇ ਮੈਨੂੰ ਬੀਟ ਨਹੀਂ ਕਰ ਸਕਦੇ। ਕਿਸ ਚੱਕਰ ਵਿੱਚ ਉਹ, ਮਤਲਬ ਕਿਸ ਤਰ੍ਹਾਂ ਤੁਹਾਨੂੰ ਬੀਟ ਨਹੀਂ ਕਰ ਸਕਦੇ? ਉਹ ਮਾਹਿਰ ਹੈ ਹਰ ਇੱਕ ਚੀਜ਼ ਕਾਪੀ ਕਰਨ 'ਚ। ਇੱਕ ਵਾਰ ਪਰਫੈਕਸ਼ਨ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਹਰ ਇੱਕ ਚੀਜ਼ ਕੀ ਚੀਜ਼ ਦੀ ਕਾਪੀ ਕਰ ਲੈਂਦੇ ਨੇ। ਓਕੇ, ਵਿਦਆਊਟ ਪੈਨਸਿਲ, ਵਿਦਆਊਟ ਰਬੜ, ਵਿਦਆਊਟ ਸਕੇਲ, ਵਿਦਆਊਟ ਐਨੀ ਪ੍ਰੋਟੈਕਟਰ, ਇਹ ਹੈਰੀ ਆਰਟਿਸਟ ਨੇ ਬਣਾਇਆ ਹੈ। ਔਰ ਇੱਕ ਪਾਰਟ ਹੈ, ਇਹਦੇ ਨਾਲ ਔਰ ਵੀ ਪਾਰਟਸ ਨੇ ਜਿਹੜੇ ਕੰਬਾਈਨ ਹੋ ਕੇ ਇੱਕ ਪਾਰਟ ਬਣ ਜਾਣਾ ਉਸਦਾ। ਨਾਓ ਦਿਸ ਇਜ਼ ਫॉर द ਕਾਪੀ ਪਰਪਸ। कि कॉपी कैट ने ठीक है चेक करना चाहना और अपने सज्जे दी बाजी भी लगाना चाहना कि इज देयर एनीवन की कोई भी चैलेंज चाइना दे विच अपनी ड्राइंग दी कॉपी कर दिंदा है तेरी अपना सज्जा हथ कट के सुट देगा। ओपन चैलेंज इन्ने हद तक अपना चैलेंज करने तैयार है हैरी, और उस लिए तैयारी कर रहे हैं कि कॉपी कैट ने चलो कॉपी करके दिखाण, परफेक्शन की कॉपी करन, कोई लाइन तो बाहर नहीं जानी चाहिए, कोई लाइन टच नहीं करनी चाहिए, और ये नॉन स्टॉप काम होगा। पानी इस तरह एक बोतल पानी होएगी, 3 कानी हो गया चाह दे कप, वो कंप्लीट करके दिखाण। एक बार कुर्सी से बैठ के उठना नहीं, गर्मी विच ही बैठ के काम करना है, कोई एसी नहीं मिलेगा, कोई पक्खा नहीं मिलेगा। चलो कि कॉपी कैट ने उन्होंने जो कॉपी कैट का जो दर्ज है ना उसनों एक बार थले लैके आना कि हाँ किसी ने इंडियन ने किसी ने चैलेंज किया चाइना वाले नूं, ये 2021 ਦੇ ਵਿੱਚ ਆ ਕੇ ਤੇ ਉਹ ਚਾਈਨਾ ਵਾਲੇ ਨੇ ਉਸ ਚੀਜ਼ ਨੂੰ ਨੋ ਕੀਤਾ ਸੀ। ਇਸ ਚੀਜ਼ ਦਾ ਹਮੇਸ਼ਾ ਹੀ ਗਰਾਰੀ ਫਸਾ ਕੇ ਬੈਠਾ ਹੈ ਕਿ ਉਹ ਕੰਮ ਕਰਕੇ ਦਿਖਾਣਾ ਹੈ। ਬਸ ਇਹੀ ਜਜ਼ਬਾ ਆਪਣੇ ਨੂੰ ਜ਼ਿੰਦਾ ਰੱਖ ਕੇ ਬੈਠਾ ਹੁਣ ਤੱਕ। ਜਿਵੇਂ ਮੈਂ ਆ ਕੀ ਡਿਪਿਕਟ ਕਰ ਰਹੀ ਹੈ, ਜੋ ਤੁਸੀਂ ਆ ਤਸਵੀਰ ਬਣਾਈ ਹੈ, ਇਹਦੇ 'ਚ ਕੀ ਖਾਸ ਹੈ? ਇੱਕ ਹੀ, ਕਿਉਂਕਿ ਹਰ ਇੱਕ ਤਸਵੀਰ ਨਾਲ ਇੱਕ ਮੈਸੇਜ ਜ਼ਰੂਰ ਜੁੜਿਆ ਹੁੰਦਾ ਹੈ। ਇਹਨਾਂ ਵਿੱਚ ਮੈਸੇਜ ਹੈ ਕਿ ਆਪਣੀ ਨਜ਼ਰ ਜਿਹੜੀ ਹੈ ਆਪਣੇ ਹਿਸਾਬ ਨਾਲ ਹੋਣੀ ਚਾਹੀਦੀ ਹੈ, ਤਾਂ ਤੁਸੀਂ ਹਰ ਕੁਝ ਪਾ ਸਕਦੇ ਹੋ, ਔਰ ਕਰਮ ਕਰੋਗੇ ਤਾਂ ਹੀ ਤੁਹਾਡੀ ਨਜ਼ਰ ਤੁਹਾਡੇ ਕਾਬੂ ਵਿੱਚ ਰਹੇਗੀ, ਔਰ टाइम के 84 ਲੱਖ ਜੂਨਾਂ ਤੁਸੀਂ ਬਚ ਸਕਦੇ ਹੋ। ਇਸ ਦਾ ਕਿ ਸ਼ਾਰਟਕਟਸ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਣਗੇ, ਔਰ ਉੱਪਰ ਵਾਲੇ ਕੋਈ ਨਾ ਕੋਈ ਤੁਹਾਨੂੰ ਨਜ਼ਰ ਹੈ। ਇਹ ਨਾ ਸੋਚੋ ਕਿ ਤੁਸੀਂ ਕੁਝ ਗਲਤ ਕਰ ਰਹੇ ਹੋ ਤਾਂ ਕੋਈ ਤੁਹਾਨੂੰ ਵਾਚ ਨਹੀਂ ਕਰ ਰਿਹਾ, ਸਮਵਨ ਇਜ਼ ਵਾਚਿੰਗ। ਇਸ ਕਰਕੇ ਝੂਠ ਬੋਲ ਰਹੇ ਹੋ ਤਾਂ ਤੁਸੀਂ ਝੂਠ ਆਪਣੇ ਨਾਲ ਹੀ ਬੋਲ ਰਹੇ ਹੋ। ਇਹ ਨਾ ਸੋਚੋ ਕਿ ਕੋਈ ਤੁਹਾਨੂੰ ਨਹੀਂ ਸੁਣ ਰਿਹਾ ਹੈ, ਕੋਈ ਸੋਚ ਰਿਹਾ ਹੈ, ਕੋਈ ਤੁਹਾਨੂੰ ਸੁਣ ਰਿਹਾ ਹੈ, ਤੁਹਾਨੂੰ ਦੇਖ ਰਿਹਾ ਹੈ। ਇਹ ਆਪਣੇ ਅੰਦਰ ਫੀਲਿੰਗ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਪੰਜਾਬ 'ਚ ਹੀ ਮਾਤ ਦੇ ਸਕਦਾ ਇਹਦੇ ਵਿੱਚ? ਪੰਜਾਬ ਚੰਡੀਗੜ੍ਹ ਚੰਡੀਗੜ੍ਹ 'ਚ ਨਹੀਂ ਮਾਤ ਦੇ ਸਕਦਾ, ਪਰ ਇਹ ਹੈ ਕਿ ਉਹ ਤਾਂ ਆਪਣੇ ਭਰਾ ਨੇ। ਆ ਹੈਰੀ ਨੇ ਬਣਾਇਆ ਸੀ ਇੰਡੀਆ ਦਾ ਫਲੈਗ, ਤੇ ਆਪਣੇ ਭਰਾਵਾਂ ਨੂੰ ਕਿਆ ਚੈਲੰਜ ਕਰਨਾ, ਕਿ ਆਪਣੇ ਭਰਾਵਾਂ ਨੂੰ ਚੈਲੰਜ ਕਰਨ ਦਾ ਕੋਈ ਮਤਲਬ ਬਣਦਾ ਹੀ ਨਹੀਂ। ਤਾਂ ਇਹ ਹੈ ਕਿ ਅਗਰ ਚੈਲੰਜ ਕਰਨਾ ਚਾਹੋ ਤਾਂ ਚੈਲੰਜ ਕਰ ਸਕਦਾ ਸੀ। ਪਹਿਲਾਂ ਆਰਟਸ ਕਾਲਜ ਨੂੰ ਪਹਿਲਾਂ ਕੀਤਾ ਸੀ ਆ ਤੋਂ 17-18 ਸਾਲ ਪਹਿਲਾਂ, ਤੇ ਔਰ ਵੀ ਹੈ ਕਿ ਹੁਣ ਤੱਕ ਅਗਰ ਚੈਲੰਜ ਕਰਦਾ ਤਾਂ ਔਰ ਵੀ ਮੇਰੇ ਅੱਗੇ ਆ ਕੇ ਖੜੇ ਹੁੰਦੇ ਕਿ ਆਪਾਂ ਇਹਨੂੰ ਕਾਪੀ ਕਰ ਸਕਦੇ ਹਾਂ।
ਹੈਰੀ ਵਾਂਗੂ ਆਪਾਂ ਬੈਠ ਕੇ ਕੰਮ ਕਰ ਸਕਦੇ ਆ। ਬੈਠਣ ਪਹਿਲਾਂ ਆ ਕੇ ਬੈਠਣ, ਇੱਕ ਦਿਨ ਬੈਠਾ ਕੁਰਸੀ ਤੇ ਬੈਠ ਕੇ ਦਿਖਾਣ ਹੈਰੀ ਨੂੰ, ਮੇਰੇ ਸਾਹਮਣੇ ਬੈਠਣ। ਜਿਹੜਾ ਕੋਈ ਕਾਪੀ ਕਰ ਵੀ ਸਕਦਾ, ਚਲੋ ਉਹਨਾਂ ਨੂੰ ਇਹ ਵੀ ਹੈ ਕਿ ਚਲੋ ਥੋੜੀ ਡੈਮੋਨਸਟ੍ਰੇਸ਼ਨ ਲਈ ਉਹਨਾਂ ਨੂੰ ਇੱਕ ਮੈਸੇਜ ਵੀ ਹੋਗਾ, ਕੋਈ ਕਾਪੀ ਕਰ ਸਕਦਾ ਤੇ ਆ ਕੇ ਕਾਪੀ ਕਰਨ ਦਾ ਜਰਾ ਦੇਖੇ। ਪਰ ਉਹਦੇ ਲਈ ਕੰਡੀਸ਼ਨ ਇਹ ਵੀ ਹੋਊਗਾ ਕਿ ਹੈਰੀ ਵਾਂਗੂ ਜਰਾ ਇੱਕ ਦਿਨ ਕੁਰਸੀ ਉੱਪਰ ਬੈਠ ਕੇ ਵੀ ਦਿਖਾਣਾ ਪਊਗਾ ਪਹਿਲਾਂ। ਇਹ ਨਹੀਂ ਆਊਗਾ ਕਿ ਆ ਮੇਰੇ ਕੋਲ ਆ ਗਿਆ ਔਰ ਕਹੂਗਾ ਮੈਂ ਕਾਪੀ ਕਰ ਸਕਦਾ, ਦਿਖਾਓ ਕਿਹੜੀ ਸ਼ੀਟ ਆ। ਅਗਰ ਸ਼ੀਟ ਨੂੰ ਦੇਖਣਾ ਹੈ ਤੁਸੀਂ ਤਾਂ ਮੇਰਾ ਮੈਸੇਜ ਕਨਵੇ ਕਰ ਰਹੇ ਹੋ ਦੁਨੀਆ ਸਾਹਮਣੇ, ਤਾਂ ਤੁਸੀਂ ਇਹ ਚੀਜ਼ ਦੇਖ ਰਹੇ ਹੋ। ਅਦਰਵਾਈਜ਼ ਅਗਰ ਕੋਈ ਆਰਟਿਸਟ ਆ ਕੇ ਮੈਨੂੰ ਬੋਲਦਾ ਕਿ ਮੈਂ ਡਰਾਇੰਗ ਦੇਖਣਾ ਚਾਹਨਾ, ਤਾਂ ਇਸ ਤਰ੍ਹਾਂ ਨਹੀਂ ਦੇਖ ਸਕਦਾ। ਉਹਨੂੰ ਪਹਿਲਾਂ ਇੱਕ ਦਿਨ ਮੇਰੇ ਸਾਹਮਣੇ ਕੁਰਸੀ ਦੇ ਉੱਪਰ ਬੈਠ ਕੇ ਦਿਖਾਣਾ ਪਊਗਾ। ਹੀ ਹੈਜ਼ ਟੂ ਬੀ ਐਲੀਜੀਬਲ, ਉਹਨੂੰ ਐਲੀਜੀਬਲ ਹੋਣਾ ਪਊਗਾ ਡਰਾਇੰਗ ਦੇਖਣ ਲਈ ਵੀ। ਕਿਉਂਕਿ ਅਗਰ ਕੰਟਰੀ ਚਾਈਨਾ ਨੂੰ ਚੈਲੰਜ ਕਰਨਾ ਹੈ ਤਾਂ ਇੰਨਾ ਤਾਂ ਆਪਣੇ ਅੰਦਰ ਫਕਰ ਹੋਣਾ ਚਾਹੀਦਾ, ਆਪਣੇ ਅੰਦਰ ਵੀ ਆਪਣੇ ਨੂੰ ਹੈ, ਗੁਮਾਨ ਹੈ ਆਪਣੀ ਮਿਹਨਤ ਦੇ ਉੱਪਰ, ਕਿਉਂਕਿ ਹਰ ਕੋਈ ਐਰਾ ਅਗਰ ਆ ਕੇ ਆਪਣੀ ਡਰਾਇੰਗ ਨੂੰ ਦੇਖ ਲੇ ਉਹ ਵੀ ਬਰਦਾਸ਼ਤ ਨਹੀਂ ਹੁੰਦਾ। ਕਿਉਂਕਿ ਆਪਣੇ ਇੱਕ ਡਰਾਇੰਗ ਨੂੰ ਇੱਕ ਆਪਣੀ ਮਹਿਬੂਬਾ ਵਾਂਗੂ ਰੱਖਿਆ ਹੈ, ਆਪਣੀ ਬੇਟੀ ਵਾਂਗੂ ਰੱਖਿਆ ਹੈ ਕਿ ਜਦੋਂ ਬੇਟੀ ਦੀ ਰਸਮ ਹੋ ਰਹੀ ਹੁੰਦੀ ਹੈ, ਮਹਿੰਦੀ ਰਸਮ ਹੋ ਰਹੀ ਹੁੰਦੀ ਹੈ, ਤਾਂ ਕਿਸੇ ਨੂੰ ਕਮਰੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਉਹਨੂੰ ਆਊਟ ਰੱਖਿਆ ਜਾਂਦਾ ਕਿ ਜਦੋਂ ਮੈਰਿਜ ਤੇ ਸਜ ਕੇ ਆਊਗੀ ਫਿਰ ਫੋਟੋ ਖਿੱਚ ਲਿਓ। ਅਜੇ ਮਹਿੰਦੀ ਰਸਮ ਚੱਲ ਰਹੀ ਹੈ, ਜਿਹਨੂੰ ਤਿਆਰ ਕਰ ਰਹੇ ਹਾਂ, ਅਜੇ ਸਜਾ ਰਹੇ ਹਾਂ ਉਹਨੂੰ, ਤੇ ਸਜਾਉਂਦੇ ਹੋ ਕੋਈ ਦੇਖੇ ਉਹਨੂੰ, ਉਹ ਵੀ ਠੀਕ ਨਹੀਂ ਲੱਗਦਾ। ਇਸ ਕਰਕੇ ਜਦੋਂ ਕੋਈ ਆਊਗਾ ਚੈਲੰਜ ਕਰਨ ਲਈ ਤਾਂ ਕੋਈ ਨਹੀਂ, ਵੇਟ ਕਰੇ 24 ਘੰਟੇ ਕੁਰਸੀ ਬੈਠ ਕੇ ਦਿਖਾਏ ਪਹਿਲਾਂ ਡੈਮੋਨਸਟ੍ਰੇਸ਼ਨ, ਉਸ ਤੋਂ ਬਾਅਦ ਕੋਈ ਨਹੀਂ। ਜਿਹੜੀ ਆਪਣੀ ਬੇਟੀ ਆ ਉਹਦਾ ਰੂਪ ਵੀ ਦੇਖ ਲੇ। ਸਮਾਂ ਕਿੰਨਾ ਲੱਗਿਆ ਇਹਨੂੰ ਬਣਾਉਣ ਦਾ? ਇੱਕ ਡਰਾਇੰਗ ਨੂੰ 4 ਤੋਂ 5 ਦਿਨ, ਕਿਉਂਕਿ ਨਾਨ ਸਟਾਪ ਨਹੀਂ ਕਰ ਪਾਉਂਦਾ, ਕਿਉਂਕਿ ਰਾਤ ਨੂੰ ਕੰਮ ਬੰਦ ਕਰਨਾ ਪੈਂਦਾ ਹੈ। ਕਈ ਵਾਰ ਬਾਰਿਸ਼ ਆ ਜਾਂਦੀ ਹੈ ਤੇ ਆਪਣੇ ਕੋਲ ਆਫਿਸ ਨਹੀਂ ਆ, ਇਦਾਂ ਦਾ ਕੋਈ ਟੇਬਲ ਚੇਅਰ ਅੰਦਰ ਇਨਡੋਰ ਨਹੀਂ ਹੈ ਕਿ ਕੰਮ ਕਰ ਸਕੇ। ਬਟ ਨਾਨ ਸਟਾਪ ਦੀ ਪ੍ਰੈਕਟਿਸ ਜਿਹੜੀ ਹੈ ਕਰ ਚੁੱਕਾ ਕਿ ਐਟਲੀਸਟ 3 ਦਿਨ 4 ਦਿਨ ਤੱਕ ਐਰੀ ਆਰਟਿਸਟ ਜਾ ਸਕਦਾ ਹੈ ਬਿਨਾਂ ਕੁਝ ਖਾਦੇ ਪੀਤੇ। बिना कुछ खाए पिए। हाँ पानी है ज़रूर, 2 गिलास पानी हो गए या 2-3 कप चाह हो गई पूरे दिन ਦੇ ਵਿੱਚ, ਇੰਨਾ ਜ਼ਰੂਰੀ ਹੈ। ਉਹ ਥੋੜਾ ਆਪਣਾ ਹੁੰਦਾ ਕਿ ਹਾਂ ਅਗਰ ਚਾਹ ਪੀਣੀ ਹੈ ਕਿ ਹਾਂ ਅੰਦਰ ਜਾ ਰਿਹਾ ਕੁਝ ਬੋਡੀ ਲਈ। ਅਦਰਵਾਈਜ਼ ਕੋਈ ਜ਼ਿਆਦਾ ਵੱਡੀਆਂ ਖੁਆਇਸ਼ਾਂ ਨਹੀਂ ਰੱਖੀਆਂ, ਕੁਝ ਨਹੀਂ, ਸਾਦੀ ਜ਼ਿੰਦਗੀ ਜੀ ਰਹੇ ਹੋ ਬਿਲਕੁਲ। या नहीं ख्वाहिशां है ज़रूर, बट ये है कि अपने दादा तो और लोगों तो ये सुनया सी कि बाप का पैसा उड़ा रहे हैं, बाप का पैसा उड़ा रहे हैं, तो दिल में फीलिंग आती सी खैरी कुछ ऐसा बन के दिखा अपने मेहनत नाल कि कोई तेन ये ना कहन कि अगर तू अपनी कार च जा रहा या अपने पैसे का कोई सोना पा के बैठा तो नो वन शुड से कि कोई ये ना कह सके हाँ अपने बाप का पैसा उड़ा रहा। नहीं, कह तो सकन कि हाँ उन्हें मेहनत की है, पेट थले बैठा होंदा सी, जिन्हों आप पागल आखते सी, जिन्हों साइको कहते सी कि 20 साल तो यही कर रहे हैं, लाइना ही मार रहे हैं, लाइना ही मार रहे हैं, कुछ नहीं कर सकते। तो ਹੁਣ ਆ ਦੇਖੋ ਅੱਜ ਉਹ ਔਨ ਦਾ ਟੌਪ ਵੀ ਹੈਗਾ ਹੈ। ਜਦੋਂ ਤੁਸੀਂ ਘਰ ਛੱਡਿਆ ਜਾਂ ਜਦੋਂ ਤੁਸੀਂ ਲਾਈਨ ਚੁਣੀ ਹੋਏਗੀ ਤਾਂ ਘਰ ਦੇ ਬੋਲੇ ਵੀ ਹੋਣਗੇ, ਰਿਸ਼ਤੇਦਾਰਾਂ ਨੇ ਵੀ ਕਿਹਾ ਹੋਏਗਾ, ਕਿਉਂਕਿ ਕਲਚਰ ਅਜਿਹਾ ਹੈ ਸਾਡੇ ਦੇਸ਼ ਦਾ ਕਿ ਸਾਰੇ ਕੁਛ ਨਾ ਕੁਛ ਲੈ ਕੇ ਆਪਣਾ ਪੁਆਇੰਟ ਆਫ View ਲੈ ਕੇ ਜ਼ਰੂਰ ਅੱਗੇ ਆਉਂਦੇ ਆ। ਮਾਪਿਆਂ ਨੇ ਇਜਾਜ਼ਤ ਨਹੀਂ ਦਿੱਤੀ ਹੋਏਗੀ ਤਾਂ ਹੀ ਘਰ ਛੱਡਿਆ, ਬਾਕੀਆਂ ਨੇ ਵੀ ਕੁਝ ਕਿਹਾ, ਤੇ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਕਿ ਲੋਕੀ ਵੀ ਕਹਿੰਦੇ ਹੋਣਗੇ ਕਿ ਲੀਕਾਂ ਮਾਈ ਜਾਂਦਾ ਹੈ, ਕਿੰਨੇ ਸਾਲ ਹੋ ਗਏ ਕੁਝ ਬਣ ਤਾਂ ਰਿਹਾ ਨਹੀਂ। ਦਾਦੇ ਨੇ ਚੈਲੰਜ ਕੀਤਾ ਸੀ ਇਹ ਕਿ ਕੁਝ ਕਰਕੇ ਦਿਖਾ, ਤਾਂ ਫਿਰ ਕੋਈ ਨਹੀਂ ਤੇਰੇ ਨਾਲ ਸਟੈਂਡ ਕਰਾਂਗੇ। ਇਹ ਜਿੱਦਨ ਕੁਝ ਕਰ ਜਾਏਗਾ ਉਦੋਂ ਆ ਕੇ ਦਿਖਾਈ ਸਾਨੂੰ ਕਿ ਮੈਂ ਇਹ ਸਟੈਂਡ ਕਰ ਲਿਆ, ਠੀਕ ਹੈ। ਉਸ ਤੋਂ ਬਾਅਦ ਹੁਣ ਵੇਟ ਹੈ ਕਿ ਠੀਕ ਹੈ ਜਿਸ ਦਿਨ ਸਟੈਂਡ ਕਰਦਾ ਉਸ ਦਿਨ ਫੈਮਿਲੀ ਕੋਲ ਵਾਪਸ ਜਾਊਂਗਾ, ਉਹਨੂੰ ਦੱਸਾਂਗਾ ਜਾ ਕੇ ਹਾਂਜੀ ਆਹ ਸਟੈਂਡ ਕਰ ਲੈ ਰਹੀ ਨੇ, ਹੁਣ ਕੀ ਕਹਿੰਦੇ ਹੋ। ਬਟ ਇਹ ਹੈ ਕਿ ਚੜ੍ਹਦੇ ਸੂਰਜ ਨੂੰ ਸਾਰੇ ਸਲਾਮ ਕਰਦੇ ਆ। ਬਟ ਸਟਰਗਲ ਫੇਜ਼ ਵਿੱਚ ਨਹੀਂ ਕੋਈ ਖੜਿਆ। ਸਟਰਗਲ ਫੇਸ ਵਿੱਚ ਕੋਈ ਨਹੀਂ ਖੜਾ ਹੁੰਦਾ ਹੈ, ਕਿਉਂਕਿ ਕਹਿਣ ਨੂੰ ਬਹੁਤ ਹੁੰਦਾ ਕਿ ਅਸੀਂ ਨਾਲ ਆ। ਹੈਰੀ ਨੇ ਬਹੁਤ ਵਾਰ ਦੇਖਿਆ ਕਿ ਜਿਹੜੇ ਬੰਦੇ ਆਪਣੇ ਜਾਣ ਪਛਾਣ ਵਾਲੇ ਨੇ ਆਂਦੇ ਸੀ ਰਸਤਾ ਬਦਲ ਲੈਂਦੇ ਸੀ ਕਿ ਹੈਰੀ ਉੱਥੇ ਬੈਠਾ ਹੈ, ਉਹਨੂੰ ਜੈਲ ਪੈਨ ਲੈ ਕੇ ਦੇਣੇ ਪੈਣਗੇ। ਉਹ ਜੈਲ ਪੈਨਾਂ ਕਰਕੇ 10-20-50 ਰੁਪਏ ਦੇ ਜੈਲ ਪੈਨ ਕਰਕੇ ਰਸਤਾ ਹੀ ਬਦਲ ਲੈਂਦੇ ਸੀ ਆਪਣਾ। ਤਾਂ ਉਸ ਕਰਕੇ ਤਾਂ ਹੀ ਸਭ ਨੂੰ ਬੋਲਣਾ ਚੱਲਣਾ ਤਾਂ ਹੀ ਬੰਦ ਕੀਤਾ, ਸਭ ਤੋਂ ਅਲੱਗ ਹੋ ਗਏ ਕਿ ਕਿਉਂ ਉਹਨਾਂ ਦਾ ਮਾਈਂਡ ਡਿਸਟਰਬ ਕਰਨਾ, ਉਹਨਾਂ ਨੇ ਕਿਉਂ ਤੰਗ ਕਰਨਾ, ਕਿ ਉਹਨਾਂ ਦਾ ਕਿਆ ਆਪਣਾ ਹੱਕ ਬਣਦਾ ਕਿ ਉਹਨਾਂ ਕੋਲੋਂ ਜੈਲ ਪੈਨ ਲਵਾਂ। ਅਗਰ ਉਹਨਾਂ ਦਾ ਦਿਲ ਨਹੀਂ ਕਰਦਾ ਲੈ ਕੇ ਦੇਣ ਨੂੰ, ਇਟਸ ਓਕੇ, ਨਾ ਲੈ ਕੇ ਦੇਣ, ਉਹ ਉਹਨਾਂ ਦਾ ਪੈਸਾ ਹੈ, ਉਹ ਆਪਣਾ ਉਹਨੂੰ ਡਿਜ਼ਰਵ ਕਰਨ। ਅਗਰ ਉਹ ਡਰਿੰਕ ਕਰਨਾ ਚਾਹੁੰਦੇ ਨੇ, ਗੇੜੀ ਲਾਣਾ ਚਾਹੁੰਦੇ ਨੇ, ਦੈਨ ਇਟਸ ਓਕੇ। ਪਰ ਅਗਰ ਜੈਲ ਪੈਨ ਕੋਈ ਮੰਗ ਕੇ ਅਗਰ ਕੋਈ ਡਰਾਇੰਗ ਕਰਨਾ ਚਾਹੁੰਦਾ ਤਾਂ ਉਹ ਉਹਨਾਂ ਨੂੰ ਗਲਤ ਲੱਗਦਾ ਹੈ। ਤੇ ਉਸ ਕਰਕੇ ਦੁਨੀਆ ਨਾਲ ਕੰਮ ਬੋਲਣਾ ਹੀ ਬੰਦ ਕਰਤਾ ਕਿ ਕੋਈ ਗੱਲ ਨਹੀਂ, ਨੋ ਪ੍ਰੋਬਲਮ, ਆਪਣੇ ਹੱਥ ਵਿੱਚ ਦਮ ਹੈ, ਕੋਈ ਨਹੀਂ ਕਰ ਲਾਂਗੇ, ਨੋ ਪ੍ਰੋਬਲਮ। ਘਰਦਿਆਂ ਨਾਲ ਇੰਨੇ ਚਿਰ ਤੋਂ ਗੱਲ ਨਹੀਂ ਹੋਈ ਫਿਰ ਕਿ ਹੁੰਦੀ ਰਹਿੰਦੀ ਹੈ? ਨਹੀਂ, ਕਰਦਿਆਂ ਨਾਲ ਬਿਲਕੁਲ ਕਨੈਕਸ਼ਨ ਆਫ, ਕਿ ਜਿੰਨਾ ਤੁਸੀਂ ਚੀਜ਼ ਨੂੰ ਯਾਦ ਕਰੋਗੇ ਉਨੀ ਚੀਜ਼ ਦੀ ਔਰ ਯਾਦ ਆਏਗੀ। ਇਸ ਕਰਕੇ ਮਾਈਂਡ ਵਿੱਚ ਇਹੀ ਹੈ ਕਿ ਜਦ ਤੱਕ ਸਕਸੈਸਫੁਲ ਨਹੀਂ ਹੁੰਦੇ ਤਦ ਤੱਕ ਕਿਸੇ ਨੂੰ ਕੋਈ ਆਪਣਾ ਮੂੰਹ ਨਹੀਂ ਦਿਖਾਣਾ। ਕਿਆ ਮੂੰਹ ਦਿਖਾਣਾ ਕਿ ਹਾਰ ਗਏ, ਜਦੋਂ ਜਿੱਤਾਂਗੇ ਦਿਖਾਵਾਂਗੇ ਬਿਲਕੁਲ, ਉਹ ਪ੍ਰੈਸ ਮੀਡੀਆ ਆਪਣੇ ਆਪ ਦਿਖਾਏਗੀ, ਤਾਂ ਕਿ ਮਾਂ-ਬਾਪ ਘਰ ਵਾਲੇ ਆਪਣੇ ਆਪ ਆਪਣੇ ਕੋਲ ਆਣ ਕੇ ਆ, ਤਾਂ ਫਿਰ ਹੈਰੀ ਦੂਰ ਜਾਏ ਉਹਨਾਂ ਕੋਲੋਂ। ਇਹ ਮਕਸਦ ਰਿਹਾ ਲਾਈਫ ਦੇ ਵਿੱਚ ਕਿ ਜਿਹੜੇ ਹੁਣ ਕੋਈ ਪੁੱਛਣ ਨਹੀਂ ਆ ਰਿਹਾ, ਕੋਈ ਨਹੀਂ, ਤਾਂ ਹੀ ਕਹਿੰਦੇ ਨੇ ਚੜ੍ਹਦੇ ਸੂਰਜ ਨੂੰ ਸਾਰੇ ਸਲਾਮਾਂ ਕਰਦੇ ਨੇ। ਇਸ ਕਰਕੇ ਕੁਝ ਬਣ ਜਾਓ ਤਾਂ ਸਾਰੇ ਆਪਣੇ ਆਪ ਆ ਜਾਣਗੇ। ਧਰਤੀ ਕੋਈ ਡਿਸਅਪੀਅਰ ਨਹੀਂ ਹੋਗੀ, ਕੋਈ ਕਿਤੇ ਨਹੀਂ ਗਿਆ, ਸਭ ਰਿਸ਼ਤੇਦਾਰ ਨਾਤੇ ਦੋਸਤ ਬੰਦੂ ਸਭ ਇੱਥੇ ਹੀ ਨੇ, ਪਰ ਉਹ ਆਉਣਗੇ ਜਦੋਂ ਤੁਸੀਂ ਚਮਕਦਾ ਹੀਰਾ ਬਣ ਗਏ, ਉਹ ਸਭ ਆ ਜਾਣਗੇ ਵਾਪਸ। ਕੋਈ ਅਜੇ ਡਿਸਅਪੀਅਰ ਹੋਏ ਨੇ, ਉਹਨਾਂ ਨੂੰ ਇਹ ਕਿ ਉੱਥੇ ਗਏ ਤਾਂ ਕੋਈ ਹੈਲਪ ਕਰਨੀ ਪਏਗੀ
ਜਾਂ ਸਾਨੂੰ ਵੀ ਸਟਰਗਲ ਕਰਨਾ ਪਏਗਾ ਨਾਲ, ਇਸ ਕਰਕੇ ਆਪਾਂ ਦੂਰ ਰਹਿੰਦੇ ਆ। ਤਾਂ ਕੋਈ ਨਹੀਂ, ਉਹਨਾਂ ਨੇ ਦੂਰ ਕਿਆ ਜਾਣਾ ਹੈ, ਆਪਾਂ ਹੀ ਦੂਰ ਹੋ ਜਾਂਦੇ ਆ, ਨੋ ਪ੍ਰੋਬਲਮ। ਬਟ 20 ਸਾਲ ਕੱਢਣੇ ਔਖੇ ਤਾਂ ਹੋਏ ਹੋਣਗੇ। ਇਹ ਕਦੀ ਸੋਚਿਆ ਹੀ ਨਹੀਂ ਹੈ, ਕਿਉਂਕਿ ਜਦੋਂ ਮੰਜ਼ਿਲ ਚੱਲ ਪਏ ਆ ਤਾਂ ਫਿਰ ਇਹ ਸੋਚਿਆ ਨਹੀਂ ਕਦੇ ਕਿ ਇੰਨਾ ਲੰਬਾ ਰਸਤਾ ਹੈ ਕਿ ਇਹ 500 ਕਿਲੋਮੀਟਰ ਦਾ, 1000 ਕਿਲੋਮੀਟਰ ਦਾ ਹੈ। ਜਦੋਂ ਮੰਜ਼ਿਲ ਤੈਅ ਕੀਤੀ ਹੈ ਕਿ ਉੱਥੇ ਜਾਣਾ ਹੀ ਜਾਣਾ ਹੈ, ਪਹੁੰਚਣਾ ਹੀ ਆ, ਤਾਂ ਫਿਰ ਕਿਆ ਦੇਖਣਾ ਕਿ 1 ਸਾਲ ਹੋ ਗਿਆ, 2 ਸਾਲ ਹੋ ਗਿਆ, 3 ਸਾਲ, ਕੋਈ ਗੱਲ ਨਹੀਂ, ਦੇਖ ਲੈਂਦੇ ਹਾਂ ਕਦ ਤੱਕ ਨਹੀਂ ਹੁੰਦਾ, ਕਦ ਤੱਕ ਮੰਜ਼ਿਲ ਨਹੀਂ ਆਉਂਦੀ, ਕਦ ਤੱਕ ਨਹੀਂ ਆਉਂਦੀ, ਕਦ ਤੱਕ ਨਹੀਂ ਆਉਂਦੀ। ਕਰਦੇ 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 20 ਸਾਲ ਹੋ ਗਏ, ਪਤਾ ਵੀ ਨਹੀਂ ਲੱਗਾ। ਬਹੁਤ ਦਿਲਚਸਪ ਕਹਾਣੀ ਹੈ ਤੁਹਾਡੀ, ਕਿਉਂਕਿ ਐਡਾ ਵੱਡਾ ਸੁਪਨਾ ਰੱਖਣਾ, ਮਤਲਬ ਡਾਇਰੈਕਟਲੀ ਕਿਸੇ ਕੰਟਰੀ ਨੂੰ ਚੈਲੰਜ ਕਰਨਾ, ਉਹ ਵੀ ਜਦੋਂ ਤੁਸੀਂ ਆਪ ਬਾਹਰ ਇੱਦਾਂ ਬੈਠੇ ਹੋ, ਇਕੱਲੇ ਹੋ, ਜਦੋਂ ਕੋਈ ਸਹਾਰਾ ਨਹੀਂ ਹੈ, ਤਾਂ ਬਹੁਤ ਕਰੇਜ ਚਾਹੀਦੀ ਹੁੰਦੀ ਹੈ। ਨੈਕਸਟ ਲੈਵਲ ਕਰੇਜ, ਜਿਹਨੂੰ ਆਪਾਂ ਕਹਿੰਦੇ ਕਿ ਯੂ ਨੀਡ ਅ ਲੋਟ ਆਫ ਕਰੇਜ, ਜਦ ਤੁਸੀਂ ਇੱਦਾਂ ਕਿਸੇ ਨੂੰ ਚੈਲੰਜ ਕਰਨਾ, ਉਹ ਵੀ ਓਪਨਲੀ ਮੀਡੀਆ ਦੇ ਸਾਹਮਣੇ, ਜਿੱਥੇ ਤੁਹਾਨੂੰ ਹਜ਼ਾਰਾਂ ਲੋਕ ਦੇਖਣ ਵਾਲੇ ਨੇ, ਪੁੱਛਣ ਵਾਲੇ ਨੇ, ਕਾਫੀ ਲੋਕ ਤੁਹਾਨੂੰ ਮਿਲਣ ਵੀ ਆ ਸਕਦੇ ਨੇ। ਆਈ ਵਿਸ਼, ਮੈਨੂੰ ਉਮੀਦ ਹੈ ਕਿ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਏਗਾ ਤੁਹਾਡੀਆਂ ਗੱਲਾਂ ਸੁਣ ਕੇ, ਤੇ ਸਾਨੂੰ ਆਫਕੋਰਸ ਤੁਹਾਡੇ ਤੇ ਬਹੁਤ ਮਾਣ ਹੈ ਕਿ ਤੁਸੀਂ ਐਡਾ ਵੱਡਾ ਚੈਲੰਜ ਕਰ ਰਹੇ ਹੋ, ਵੀ ਸਿਰਫ ਆਪਣੇ ਕਲਾ ਦੇ ਬੇਸਿਸ ਤੇ। ਅਸੀਂ ਜ਼ਰੂਰ ਚਾਹਾਂਗੇ ਜਿਹੜੇ ਦਰਸ਼ਕ ਦੇਖ ਰਹੇ ਨੇ ਇਸ ਨੂੰ ਸ਼ੇਅਰ ਕਰਨ, ਵੱਧ ਤੋਂ ਵੱਧ ਮੈਸੇਜ ਪਹੁੰਚਾਇਆ ਜਾਏ। ਤਾਂ ਨਾਲ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਅਸੀਂ ਉਮੀਦ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਤੁਸੀਂ ਆਪਣੀ ਡੈਸਟੀਨੀ ਤੇ ਪਹੁੰਚੋ। ਬਹੁਤ ਬਹੁਤ ਸ਼ੁਕਰੀਆ। ਬਸ ਆਪਣੇ ਵੱਲੋਂ ਇਹੀ ਮੈਸੇਜ ਹੋਏਗਾ ਸਭ ਨੂੰ ਕਿ ਦਿਨ ਤੋਂ ਬਾਅਦ ਹੀ ਰਾਤ ਆਉਂਦੀ ਆ, ਰਾਤ ਤੋਂ ਬਾਅਦ ਹੀ ਦਿਨ ਆਉਂਦਾ ਹੈ, ਬਾਰਿਸ਼ ਤੋਂ ਬਾਅਦ ਧੁੱਪ ਆਉਂਦੀ ਆ, ਕਿ ਗਿਵ ਅਪ ਔਰ ਹਾਰਨ ਦੀ ਜ਼ਰੂਰਤ ਨਹੀਂ ਆ। ਕੋਈ ਨਹੀਂ, ਅਗਰ ਮੌਕਾ ਨਿਕਲ ਗਿਆ ਤਾਂ ਦੂਸਰਾ ਆ ਜਾਏਗਾ। ਇਹ ਕਾਹਨੂੰ ਸੋਚਣ ਕਿ ਉਹ ਚੀਜ਼ ਚਲੀ ਗਈ ਤਾਂ ਉਹਦੇ ਲਈ ਆਪਾਂ ਰੋਂਦੇ ਰਹਿਣਾ ਜਾਂ ਬਿਲਕਦੇ ਰਹਿਣਾ ਕਿ ਉਹ ਚੀਜ਼ ਚਲੀ ਗਈ ਹੈ। ਕੋਈ ਨਹੀਂ, ਚਲੀ ਗਈ, ਟੇਕ ਇਟ ਲਾਈਟਲੀ, ਆ ਜਾਊਗੀ ਵਾਪਸ, ਫਿਰ ਕਿਆ ਹੈ। ਪਰ ਤੁਸੀਂ ਆਪਣਾ ਰਸਤਾ ਜਿਹੜੇ ਤੁਸੀਂ ਚੱਲ ਰਹੇ ਹੋ ਉਹ ਤਾਂ ਨਾ ਛੱਡੋ, ਆਪਣੇ ਨੂੰ ਡਿਵਰਟ ਨਾ ਕਰੋ, ਆਪਣੀ ਮੰਜ਼ਿਲ ਵੱਲ ਚੱਲਦੇ ਰਹੋ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਮੰਜ਼ਿਲ ਤੁਹਾਡੇ ਹੱਥ ਵਿੱਚ ਆ ਜਾਊਗੀ, ਪਰ ਤੁਹਾਡਾ ਮੰਜ਼ਿਲ ਵੱਲ ਚੱਲਦੇ ਰਹਿਣਾ ਬਹੁਤ ਜ਼ਰੂਰੀ ਆ। ਦੈਟਸ ਅ ਮੈਸੇਜ ਫਰਮ ਦ ਹੈਰੀ ਆਰਟਿਸਟ। ਬਹੁਤ ਬਹੁਤ ਸ਼ੁਕਰੀਆ ਹੈਰੀ ਜੀ, ਸਾਡੇ ਨਾਲ ਜੁੜਨ ਲਈ ਡੇਲੀ ਪੋਸਟ ਪੰਜਾਬੀ ਦੇ ਪੇਜ ਤੇ। ਮੈਨੂੰ ਉਮੀਦ ਹੈ ਦਰਸ਼ਕਾਂ ਨੂੰ ਤੁਹਾਡੀਆਂ ਜਿੰਨੀਆਂ ਵੀ ਗੱਲਾਂ ਸੀ, ਮੈਨੂੰ ਤਾਂ ਬਹੁਤ ਪਸੰਦ ਆਈਆਂ, ਤੇ ਮੈਨੂੰ ਉਮੀਦ ਹੈ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਉਣਗੀਆਂ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਇਹ ਸਨ ਸਾਡੇ ਨਾਲ ਹੈਰੀ। ਮੋਹਾਲੀ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ, ਤੇ ਤੁਸੀਂ ਗੱਲਾਂ ਸੁਣ ਕੇ ਹੈਰਾਨ ਜ਼ਰੂਰ ਹੋਏ ਹੋਵੋਗੇ, ਜਿਸ ਤਰ੍ਹਾਂ ਅਸੀਂ ਹੋਏ ਹਾਂ, ਕਿ ਕਿਸ ਤਰ੍ਹਾਂ ਵੱਡੇ ਸੁਪਨੇ ਸਜਾਏ ਨੇ। ਤੇ ਕੋਈ ਛੋਟਾ ਸੁਪਨਾ ਨਹੀਂ ਹੈ, ਸਿੱਧਾ ਸੁਪਨਾ ਹੈ ਕਿ ਚਾਈਨਾ ਨੂੰ ਚੈਲੰਜ ਕੀਤਾ ਹੈ, ਕਿ ਜਿਸ ਤਰ੍ਹਾਂ ਉਹ ਹਰ ਵਾਰ ਕਾਪੀ ਕਰਦੇ ਰਹਿੰਦੇ ਨੇ ਲੋਕਾਂ ਨੂੰ, ਤਾਂ ਉਹਨਾਂ ਦਾ ਚੈਲੰਜ ਹੈ ਕਿ ਮੇਰੀ ਪਰਫੈਕਸ਼ਨ ਨੂੰ ਵੀ ਕਾਪੀ ਕਰਕੇ ਦਿਖਾਣ। ਤਾਂ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਵੱਧ ਤੋਂ ਵੱਧ ਮੈਸੇਜ ਸਪਰੈਡ ਕੀਤਾ ਜਾਏ, ਤਾਂ ਜੋ ਉਹਨਾਂ ਦੀ ਕਲਾ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਹੋਰ ਖਬਰਾਂ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ। ਕੈਮਰਾਮੈਨ ਵਿੱਕੀ ਦੇ ਨਾਲ ਜਸਨੂਰ ਤਵਨ, ਮੋਹਾਲੀ।